Theory Test Master। ਹੈਲੋ ਜੀ ਸਾਰਿਆਂ ਨੂੰ। ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ, ਮੈਂ ਅਮਨਦੀਪ ਕੌਰ ਬਰਮਿੰਘਮ ਤੋਂ। ਮੈਂ ਅੱਜ ਆਪਣਾ ਥਿਊਰੀ ਦਾ ਟੈਸਟ ਪਾਸ ਕਰ ਲਿਆ ਅਤੇ ਮੈਂ ਅੱਜ ਬਹੁਤ ਖੁਸ਼ ਹਾਂ, ਬਹੁਤ ਹੈਪੀ ਹਾਂ ਅੱਜ ਮੈਂ। ਅਤੇ ਇਹ ਸਾਰਾ ਕ੍ਰੈਡਿਟ ਸਰ ਸ਼ੁਏਬ ਇਮਾਮ ਭਾਜੀ ਨੂੰ ਜਾਂਦਾ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੜ੍ਹਾਇਆ, ਉਹਨਾਂ ਦੀ ਬਦੌਲਤ ਮੈਂ ਪਾਸ ਹੋਈ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ 2018 ਤੋਂ ਥਿਊਰੀ ਦਾ ਟੈਸਟ ਦੇ ਰਹੀ ਸੀ, ਸਪਟੰਬਰ ਤੋਂ, 2018 ਸਪਟੰਬਰ ਤੋਂ। ਅਤੇ ਮੈਂ ਟੋਟਲ 21 ਟਾਈਮਸ ਮੈਂ ਫੇਲ ਹੋਈ ਹਾਂ। ਜਦੋਂ ਵੀ ਜਾਂਦੀ ਸੀ ਉਦੋਂ ਹੀ ਫੇਲ ਹੋ ਜਾਂਦੀ ਸੀ, ਜਦੋਂ ਵੀ ਜਾਂਦੀ ਸੀ ਉਦੋਂ ਹੀ ਫੇਲ ਹੋ ਜਾਂਦੀ ਸੀ। ਵਜ੍ਹਾ ਇਹ ਸੀ ਕਿ ਥਿਊਰੀ ਨੂੰ ਸਮਝਿਆ ਨਹੀਂ ਸੀ, ਸਿਰਫ ਥਿਊਰੀ ਨੂੰ ਯਾਦ ਕੀਤਾ ਸੀ। ਇੱਕ ਨਿਸ਼ਾਨੀਆਂ ਰੱਖੀਆਂ ਸੀ ਕਿ ਇਹਦਾ ਆਨਸਰ ਆ ਵਾ, ਇਹਦਾ ਆਨਸਰ ਆ ਵਾ। ਸਿਰਫ ਅਤੇ ਸਿਰਫ ਇੱਕ ਜਿਹਨੂੰ ਕਹਿੰਦੇ ਰੱਟਾ ਲਾ ਕੇ ਅਤੇ ਮੈਂ ਟੈਸਟ ਦੇਣ ਚਲ ਜਾਂਦੀ ਸੀ। ਜਦੋਂ ਵੀ ਟੈਸਟ ਦੇ ਕੇ ਆਉਂਦੀ ਸੀ ਮਨ ਬਹੁਤ ਨਿਰਾਸ਼ ਹੁੰਦਾ ਸੀ। ਇੱਦਾਂ ਲੱਗਦਾ ਸੀ ਕਿ ਹੁਣ ਮੈਂ ਕਦੀ ਵੀ ਥਿਊਰੀ ਮੈਂ ਪਾਸ ਨਹੀਂ ਕਰ ਸਕਦੀ, ਇਹ ਮੇਰੇ ਵੱਸ 'ਚੋਂ ਬਾਹਰ ਆ। ਬੜਾ ਆਪਣੀ ਵੱਲੋਂ ਸੋਚਦੀ ਸੀ ਮੈਂ ਇੰਨੀ ਮਿਹਨਤ ਕਰਦੀ ਹਾਂ, ਮੈਂ ਫਿਰ ਵੀ ਪਾਸ ਨਹੀਂ ਹੁੰਦੀ। ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ। ਫਿਰ ਇੱਕ ਵਾਰੀ ਮੈਨੂੰ YouTube ਤੋਂ ਭਾਜੀ ਦੀ ਇੱਕ ਸਕਸੈਸਫੁਲ ਵੀਡੀਓ ਸੁਣਨ ਨੂੰ ਮਿਲੀ। ਮੈਂ ਉਹ ਵੀਡੀਓ ਸੁਣੀ ਅਤੇ ਮੈਨੂੰ ਉਦੋਂ ਲੋਕਡਾਊਨ ਚੱਲਦਾ ਸੀ। ਫਿਰ ਮੇਰੇ ਮਨ 'ਚ ਇੱਦਾਂ ਹੋਇਆ ਕਿ ਸ਼ਾਇਦ ਮੈਂ ਵੀ ਪਾਸ ਹੋ ਸਕਦੀ ਹਾਂ, ਕਿ ਭਾਜੀ ਮੈਨੂੰ ਵੀ ਪੜ੍ਹਾ ਸਕਦੇ ਆ, ਮੈਂ ਭਾਜੀ ਕੋਲ ਕਲਾਸਾਂ ਲਵਾਂ। ਅਤੇ ਮੈਂ ਸੋਚਿਆ, ਮੈਂ ਭਾਜੀ ਦਾ ਨੰਬਰ ਆਪਣੇ ਫ਼ੋਨ ਦੇ ਵਿੱਚ ਐਡ ਕਰ ਲਿਆ, ਭਰ ਲਿਆ। ਉਸ ਤੋਂ ਬਾਅਦ ਲੋਕਡਾਊਨ ਹੋ ਗਿਆ। ਸਕਸੈਸਫੁਲ ਸਟੋਰੀਆਂ ਵੇਖਦੀ ਸੀ, ਲਾਈਕ ਵੀ ਕਰਦੀ ਸੀ, ਅਤੇ ਪਰ ਲੋਕਡਾਊਨ ਦੇ ਚੱਲਦੇ ਟੈਸਟ ਬੁੱਕ ਨਹੀਂ ਸੀ ਕੀਤਾ। ਫਿਰ ਮੈਂ 6 ਮੰਥ ਫੋਨ ਭਾਜੀ ਦਾ ਨੰਬਰ ਜਿਹੜਾ ਸੀ ਉਹ ਭਾਜੀ ਦਾ ਫੋਨ ਦੇ ਵਿੱਚ ਹੀ ਐਡ ਰਿਹਾ। ਫਿਰ ਬਾਅਦ ਵਿੱਚ ਜਦੋਂ ਲੋਕਡਾਊਨ ਖੁੱਲ੍ਹਾ ਮੈਂ ਫਿਰ ਟੈਸਟ ਦੇ ਕੇ ਆਈ ਅਤੇ ਮੈਂ ਫਿਰ ਫੇਲ ਹੋ ਗਈ। ਅਤੇ ਆ ਕੇ ਘਰ ਬਹੁਤ ਮਨ ਉਦਾਸ ਹੋਇਆ। ਫਿਰ ਇਹੋ ਗੱਲ ਸੋਚੀ ਕਿ ਹੁਣ ਤਾਂ ਕੋਈ ਮੇਰੇ ਕੋਲ ਕੋਈ ਹਿੱਲਾ ਰਿਹਾ ਹੀ ਨਹੀਂ, ਮੈਂ ਹੁਣ ਕੀ ਕਰ ਸਕਦੀ। ਜਿੱਦਾਂ ਹੌਲੀ ਹੌਲੀ ਮੈਂ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਗਈ ਸੀ ਕਿ ਮੈਂ ਕਦੀ ਵੀ ਥਿਊਰੀ ਪਾਸ ਨਹੀਂ ਕਰੂੰਗੀ। ਅਤੇ ਜਦੋਂ ਬੱਚੇ ਤੁਹਾਡੇ ਕੋਲੋਂ ਇਹ ਕੁਐਸਚਨ ਪੁੱਛਦੇ ਆ ਕਿ ਸਾਰਿਆਂ ਦੀਆਂ ਮਮਸ ਗੱਡੀ ਚਲਾਉਂਦੀਆਂ, ਤੁਸੀਂ ਕਦੋਂ ਗੱਡੀ ਚਲਾਓਗੇ, ਅਤੇ ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੁੰਦਾ ਉਦੋਂ ਬੋਲਣ ਲਈ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਸੀ ਕਿ ਮੈਂ ਉਹਨੂੰ ਕੀ ਜਵਾਬ ਦੇਵਾਂ। ਅਤੇ ਕਿਉਂਕਿ ਗੱਡੀ ਕਿੱਦਾਂ ਚਲਾ ਸਕਦੀ ਜੇ ਥਿਊਰੀ ਨਹੀਂ ਪਾਸ ਹੁੰਦੀ। ਅਤੇ ਫਿਰ ਮੈਂ ਹੌਸਲਾ ਜਿਹਾ ਕੀਤਾ, ਭਾਜੀ ਦਾ ਨੰਬਰ ਡਾਇਲ ਕੀਤਾ, ਫਿਰ ਕੱਟਤਾ, ਡਾਇਲ ਕੀਤਾ, ਫਿਰ ਕੱਟਤਾ। ਸੋਚਿਆ ਜੇ ਭਾਜੀ ਨੂੰ ਇਹ ਗੱਲ ਦੱਸੀ ਕਿ ਮੈਂ ਇੰਨੀ ਵਾਰ ਫੇਲ ਹੋਈ ਹਾਂ ਅਤੇ ਭਾਜੀ ਮੈਨੂੰ ਪੜ੍ਹਾਉਣਗੇ। ਅਤੇ ਫਿਰ ਹੌਸਲਾ ਜਿਹਾ ਕਰਕੇ ਮੈਂ ਭਾਜੀ ਨਾਲ ਗੱਲ ਕੀਤੀ ਅਤੇ ਮੈਂ ਕਿਹਾ ਵੀ ਭਾਜੀ, ਮੇਰਾ ਗੱਲ ਕਰਦਿਆਂ ਭਾਜੀ ਦੇ ਨਾਲ ਜਿੱਦਾਂ ਮੇਰਾ ਰੋਣ ਨਿਕਲ ਗਿਆ, ਮੈਂ ਰੋਣ ਲੱਗ ਗਈ। ਮੈਂ ਕਿਹਾ ਵੀ ਭਾਜੀ, ਮੇਰੀਆਂ ਸਾਰੀਆਂ ਉਮੀਦਾਂ ਜਿਹੜੀਆਂ ਉਹ ਹੁਣ ਟੁੱਟ ਗਈਆਂ, ਮੇਰੀ ਆਖਰੀ ਉਮੀਦ ਤੁਸੀਂ ਆ, ਅਤੇ ਪਲੀਜ਼ ਤੁਸੀਂ ਕਿਸੇ ਵੀ ਤਰ੍ਹਾਂ ਮੈਂ ਪਾਸ ਹੋਣਾ ਵਾ, ਮੈਨੂੰ ਵੀ ਕਲਾਸਾਂ ਦਿਓ। ਭਾਜੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਭਾਜੀ ਨੇ ਮੈਨੂੰ ਕਿਹਾ ਵੀ ਪਹਿਲਾਂ ਤਾਂ ਮੇਰੀ ਭੈਣ ਆਪਣੇ ਅਥਰੂ ਪੂੰਝ, ਆਪਣੇ ਅਥਰੂ ਸਾਫ਼ ਕਰ, ਤੂੰ ਜ਼ਰੂਰ ਪਾਸ ਹੋਵੇਂਗੀ। ਭਾਜੀ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਕਿ ਤੂੰ ਜ਼ਰੂਰ ਪਾਸ ਹੋਵੇਂਗੀ, ਇਹ ਮੇਰਾ ਵਾਅਦਾ ਵਾ ਤੇਰੇ ਨਾਲ। ਫਿਰ ਬਾਅਦ ਵਿੱਚ ਗੱਲ ਟਾਈਮਿੰਗ ਦੀ ਹੋ ਗਈ। ਮੈਂ ਭਾਜੀ ਨੂੰ ਦੱਸਿਆ ਕਿ ਭਾਜੀ ਮੈਂ 6 to 6 ਕੰਮ ਕਰਦੀ ਹਾਂ, ਅਤੇ ਇੱਕ ਲੇਡੀਜ਼ ਹੋਣ ਦੇ ਨਾਤੇ ਮੈਨੂੰ ਘਰ ਦੇ ਵਿੱਚ ਕਿਚਨ ਦੇ ਵਿੱਚ ਵੀ ਜਾਣਾ ਪੈਂਦਾ, ਸਵੇਰੇ ਸ਼ਾਮ ਘਰ ਦਾ ਵੀ ਕੰਮ ਕਰਨਾ ਪੈਂਦਾ। ਅਤੇ ਮੇਰੇ ਕੋਲ ਆ ਕੇ ਭਾਜੀ ਮੈਂ ਤਾਂ 9-10 ਵਜੇ ਤੱਕ ਬਹੁਤ ਜ਼ਿਆਦਾ ਟਾਇਰਡ ਹੋ ਜਾਂਦੀ ਹਾਂ, ਅਤੇ ਮੇਰੇ ਕੋਲ ਤਾਂ ਮੈਂ ਕਿਹੜੇ ਟਾਈਮ ਕਲਾਸ ਲਊਂਗੀ। ਭਾਜੀ ਨੇ ਮੈਨੂੰ ਕਿਹਾ ਵੀ ਮੇਰੀ ਭੈਣ, ਥੋੜ੍ਹੀ ਜਿਹੀ ਕੁਰਬਾਨੀ ਤੈਨੂੰ ਦੇਣੀ ਪੈਣੀ ਆ, ਥੋੜ੍ਹੇ ਜਿਹੇ 3.5 ਹਫ਼ਤੇ ਦੀ ਗੱਲ ਆ, ਅਤੇ ਇਹ ਕੁਰਬਾਨੀ ਤੈਨੂੰ ਦੇਣੀ ਪੈਣੀ ਹੈ। ਸਾਰੀ ਉਮਰ ਤੇਰੇ ਲਈ ਵਧੀਆ ਗੱਲ ਆ ਜੇ ਮੇਰੀ ਭੈਣ ਬਣ ਕੇ ਤੂੰ ਇਹ ਕਲਾਸਾਂ ਸ਼ੁਰੂ ਕਰ ਦੇਂਗੀ। ਅਤੇ ਮੈਂ ਉਦਣ ਹੀ ਰਾਤ ਤੋਂ, ਉਸੇ ਦਿਨ 5 ਮਈ ਤੋਂ ਹੀ ਮੈਂ ਰਾਤ ਨੂੰ ਕਲਾਸਾਂ ਸ਼ੁਰੂ ਕਰਤੀਆਂ। ਉੱਦਾਂ ਵੈਸੇ ਮੇਰੀ ਜਿਹੜੀ ਕਲਾਸ ਸੀ ਉਹ 10 ਮਈ ਤੋਂ ਸਟਾਰਟ ਹੋਈ। ਜਿੱਦਾਂ ਮੈਂ ਕਲਾਸਾਂ ਸ਼ੁਰੂ ਕੀਤੀਆਂ, ਮੈਂ ਕੁਐਸਚਨ ਆਨਸਰ ਸਮਝਦੀ ਗਈ, ਮੈਨੂੰ ਸਮਝ ਆਉਂਦੀ ਗਈ। ਮੈਨੂੰ ਇੰਨਾ ਚੰਗਾ ਲੱਗਾ ਕਿ ਆਹ ਜਿਹੜੇ ਕੁਐਸਚਨਾਂ ਦੇ ਆਨਸਰ ਸੀ, ਮੈਂ ਤਾਂ ਐਗਜ਼ਾਮ ਦੇ ਵਿੱਚ ਕੁਛ ਹੋਰ ਹੀ ਲਿਖ ਕੇ ਆ ਜਾਂਦੀ ਸੀ, ਅਤੇ ਇਹਦਾ ਆਨਸਰ ਤਾਂ ਆ ਵਾ। ਮੈਨੂੰ ਜਿੱਦਾਂ ਭਾਜੀ ਹਰ ਇੱਕ ਗੱਲ ਨੂੰ ਬੜੀ ਡਿਟੇਲ ਵਾਈਜ਼ ਉਹਨਾਂ ਦਾ ਮਤਲਬ ਸਮਝਾਉਂਦੇ ਆ। ਇੱਕ ਗੱਲ ਤੁਹਾਨੂੰ ਸਮਝ ਆਉਂਦੀ ਆ ਕਿ ਇਹਦਾ ਮਤਲਬ ਕੀ ਆ।
ਉਹ ਗੱਲ ਤੁਹਾਡੇ ਦਿਮਾਗ 'ਚ ਇੱਦਾਂ ਬਹਿ ਜਾਂਦੀ ਵੀ ਸਾਰੀ ਉਮਰ ਵੀ ਤੁਹਾਨੂੰ ਉਹ ਜਿਹੜੀ ਗੱਲ ਆ ਉਹ ਭੁੱਲ ਨਹੀਂ ਸਕਦੀ। ਅਤੇ ਭਾਜੀ ਜਿੱਦਾਂ ਪੜ੍ਹਾਉਂਦੇ ਗਏ ਮੈਨੂੰ ਸਮਝ ਲੱਗਦੀ ਗਈ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਕਲਾਸ ਅਟੈਂਡ ਕਰਨਾ। ਕਦੀ ਲੱਗਦਾ ਹੀ ਨਹੀਂ ਸੀ ਕਿ ਕਲਾਸ ਦੇ ਵਿੱਚ ਅਸੀਂ ਬੋਰ ਹੋ ਰਹੇ ਹਾਂ ਜਾਂ ਅਸੀਂ ਪੜ੍ਹ ਰਹੇ ਹਾਂ। ਇੱਦਾਂ ਲੱਗਦਾ ਸੀ ਇੱਕ ਬਹੁਤ ਵਧੀਆ ਮਾਹੌਲ ਸੀ ਕਲਾਸ ਦਾ। ਅਤੇ ਜਿੱਦਾਂ ਇੱਕ ਗੱਲ ਦੀ ਸਮਝ ਲੱਗਣੀ ਸ਼ੁਰੂ ਹੋ ਗਈ, ਦਿਮਾਗ 'ਚੋਂ ਗੱਲਾਂ ਬਹਿਣ ਲੱਗ ਗਈਆਂ ਕਿ ਇਹਨਾਂ ਦੇ ਮਤਲਬ ਆ, ਇਹਨਾਂ ਦੇ ਮਤਲਬ ਆ ਵਾ। ਫਿਰ ਹੌਲੀ ਹੌਲੀ ਇੰਨਾ ਚੰਗਾ ਲੱਗਣ ਲੱਗਾ ਕਿ ਛੇਤੀ ਮੇਰਾ ਟੈਸਟ ਹੋਵੇ ਅਤੇ ਹੁਣ ਮੈਂ ਸਾਰੇ ਕੁਐਸਚਨ ਆਨਸਰ ਆਪਣੇ ਆਪ ਕਰ ਸਕਦੀ। ਹੁਣ ਮੈਨੂੰ ਰੱਟਾ ਲਾ ਕੇ ਯਾਦ ਕਰਨ ਦੀ ਲੋੜ ਨਹੀਂ ਆ ਕਿ ਇਹਦਾ ਮਤਲਬ ਆ, ਇਹਦਾ ਮਤਲਬ ਆ। ਹੁਣ ਮੈਂ ਉਹਨਾਂ ਦੇ ਆਨਸਰ ਦੇ ਸਕਦੀ ਹਾਂ। ਬਹੁਤ ਜ਼ਿਆਦਾ ਚੰਗਾ ਲੱਗਾ। ਭਾਜੀ ਨੇ ਇੰਨੇ ਵਧੀਆ ਤਰੀਕੇ ਨਾਲ ਸਮਝਾਇਆ। ਕਦੇ ਵੀ ਭਾਜੀ ਕਿਸੇ ਗੱਲ ਤੋਂ ਕਾਹਲੇ ਨਹੀਂ ਪੈਂਦੇ। ਤੁਸੀਂ ਇੱਕ ਕੁਐਸਚਨ ਨੂੰ 10 ਵਾਰ ਵੀ ਪੁੱਛਦੇ ਆ ਨਾ ਅਤੇ ਭਾਜੀ 10 ਵਾਰੀ ਤੁਹਾਨੂੰ ਹੱਸ ਕੇ ਉਹਦਾ ਆਨਸਰ ਦਿੰਦੇ ਆ। ਐਨੀ ਟਾਈਮ ਤੁਸੀਂ ਅੱਗੋਂ ਪਿੱਛੋਂ ਵੀ ਤੁਸੀਂ ਕਦੀ ਵੀ ਭਾਜੀ ਨੂੰ ਫੋਨ 'ਤੇ ਕੋਈ ਹੈਲਪ ਦੀ ਲੋੜ ਆ ਪੁੱਛ ਸਕਦੇ, ਭਾਜੀ ਤੁਹਾਨੂੰ ਉਸੇ ਵੇਲੇ ਆਨਸਰ ਦਿੰਦੇ ਆ। ਇੰਨਾ ਚੰਗਾ ਲੱਗਾ ਮੈਨੂੰ ਕਲਾਸ ਅਟੈਂਡ ਕਰਕੇ। ਮੈਂ ਇੱਕ ਵੀ ਦਿਨ ਕਲਾਸ ਮਿਸ ਨਹੀਂ ਕੀਤੀ, ਪੂਰੇ ਟਾਈਮ 'ਤੇ ਕਲਾਸ 'ਚ ਆ ਜਾਂਦੀ ਸੀ। ਅਤੇ ਮੈਨੂੰ ਵਿੱਚੋਂ ਕਰੋਨਾ ਵਾਇਰਸ ਦਾ ਇੰਜੈਕਸ਼ਨ ਵੀ ਮੈਂ ਵੈਕਸੀਨ ਲਈ ਸੀ ਅਤੇ ਉਹਦੇ ਕਰਕੇ ਮੈਨੂੰ ਬਹੁਤ ਬੁਖਾਰ ਵੀ ਹੋਇਆ। ਮੇਰੀ ਜਿੱਦਾਂ ਬਾਂਹ ਵੀ ਪੂਰੀ ਆਕੜ ਗਈ ਸੀ, ਬਹੁਤ ਤੇਜ਼ ਬੁਖਾਰ ਹੋਇਆ। ਮੇਰੇ ਹਸਬੈਂਡ ਨੇ ਇਹ ਗੱਲ ਕਹੀ ਕਿ ਤੂੰ ਆਪਣੇ ਟੀਚਰ ਨੂੰ ਦੱਸ ਦੇ ਕਿ ਤੂੰ 2 ਦਿਨ ਕਲਾਸ ਨਹੀਂ ਲਗਾ ਸਕਦੀ, ਵੀ ਬਹੁਤ ਜ਼ਿਆਦਾ ਬੁਖਾਰ ਹੋਣ ਦੇ ਨਾਤੇ। ਫਿਰ ਵੀ ਮੈਂ ਇਹ ਗੱਲ ਕਹੀ ਕਿ ਮੈਂ ਅੱਜ 2 ਦਿਨ ਦੀ ਮਿਸ ਕੀਤੀ ਕਲਾਸ, ਮੇਰੀ ਕਿੰਨੀ ਲਾਈਫ ਪਿੱਛੇ ਪੈ ਜਾਣੀ ਆ। ਮੈਂ ਇੰਨੀ ਮਿਹਨਤ ਕਰਨ ਡਈ ਹਾਂ, ਭਾਜੀ ਇੰਨੀ ਮਿਹਨਤ ਕਰਾਉਣ ਡਏ ਆ ਅਤੇ ਮੈਂ ਕਲਾਸ ਨਹੀਂ ਛੱਡਣੀ, ਮੈਂ ਕਲਾਸ ਅਟੈਂਡ ਕਰਨੀ ਆ। ਮੈਂ ਬੈੱਡ 'ਤੇ ਲੰਮੇ ਪੈ ਕੇ ਹੀ ਹੈੱਡਫੋਨ ਲਾ ਕੇ ਆਪਣੀ ਡਾਇਰੀ ਦੇ ਵਿੱਚ ਲਿਖੀ ਵੀ ਗਈ ਅਤੇ ਸੁਣਦੀ ਵੀ ਰਹੀ, ਪਰ ਮੈਂ ਕਲਾਸ ਅਟੈਂਡ ਕੀਤੀ। ਇਸ ਕਰਕੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੀ ਹਾਂ, ਪਲੀਜ਼ ਭਾਜੀ ਕੋਲੋਂ ਕਲਾਸਾਂ ਤੁਸੀਂ ਲਓ, ਪੜ੍ਹ ਕੇ ਵੇਖੋ, ਤੁਹਾਡੀ ਜ਼ਿੰਦਗੀ ਚੇਂਜ ਹੋ ਜਾਣੀ। ਜਿਹੜੇ ਸਟੂਡੈਂਟ ਮੇਰੇ ਵਾਂਗੂ ਇੰਨੀ ਵਾਰ ਫੇਲ ਹੋਏ ਆ, ਜਿਨ੍ਹਾਂ ਦੀ ਆਸ ਮੁੱਕ ਗਈ ਆ, ਜੇ ਮੈਂ ਪਾਸ ਹੋ ਸਕਦੀ ਹਾਂ, ਜੇ ਮੈਂ ਭਾਜੀ ਕੋਲੋਂ ਪੜ੍ਹ ਕੇ ਪਾਸ ਹੋ ਸਕਦੀ ਹਾਂ ਨਾ, ਮੈਂ 22 ਟਾਈਮ ਅੱਜ ਟੈਸਟ ਦੇ ਕੇ ਆਈ ਹਾਂ ਅਤੇ ਅੱਜ ਮੈਂ ਪਾਸ ਹੋਈ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਜੇ ਮੈਂ ਪਾਸ ਹੋ ਸਕਦੀ ਹਾਂ ਅਤੇ ਤੁਸੀਂ ਵੀ ਸਾਰੇ ਪਾਸ ਹੋ ਸਕਦੇ ਆ। ਭਾਜੀ ਪੜ੍ਹਾਉਂਦੇ ਇੰਨੇ ਵਧੀਆ ਤਰੀਕੇ ਦੇ ਨਾਲ, ਉਹਨਾਂ ਦਾ ਪੜ੍ਹਾਉਣ ਦਾ ਤਰੀਕਾ, ਇਹ ਗੱਲਾਂ ਸਿਰਫ ਸਾਡੇ ਥਿਊਰੀ ਪਾਸ ਕਰਨ ਤੱਕ ਹੀ ਨਹੀਂ ਆ ਸਾਨੂੰ ਲੋੜ, ਇਹ ਸਾਨੂੰ ਪੂਰੀ ਲਾਈਫ ਇਹਨਾਂ ਗੱਲਾਂ ਦੀ ਲੋੜ ਆ। ਮੈਂ ਹੁਣ ਇਹ ਗੱਲ ਸੋਚਦੀ ਹਾਂ ਕਿ ਜੇ ਮੈਂ ਰੱਟਾ ਲਾ ਕੇ ਪਾਸ ਹੋ ਜਾਂਦੀ, 10 ਵਾਰੀ ਹੋਰ ਟੈਸਟ ਦਈ ਜਾਂਦੀ, ਕਦੀ ਨਾ ਕਦੀ ਪਾਸ ਹੋ ਜਾਂਦੀ। ਪਰ ਜੋ ਕੁਛ ਮੈਂ ਭਾਜੀ ਕੋਲੋਂ ਸਿੱਖਿਆ, ਇਹ ਤਾਂ ਮੈਨੂੰ ਕਦੀ ਨਹੀਂ ਸੀ ਪਤਾ ਲੱਗਣਾ। ਇਹ ਮੈਂ ਹੁਣ ਸੋਚਦੀ ਚੰਗਾ ਹੋਇਆ ਮੈਂ ਉਹਨਾਂ ਟਾਈਮਾਂ 'ਚ ਪਾਸ ਨਹੀਂ ਹੋਈ। ਉਹ ਇੱਕ ਰੱਟਾ ਲਾ ਕੇ ਪਾਸ ਹੋਣਾ ਸੀ, ਪਰ ਜਿਹੜਾ ਭਾਜੀ ਨੇ ਮੈਨੂੰ ਸਮਝਾ ਕੇ ਪਾਸ ਕਰਵਾਇਆ, ਸਮਝਾਇਆ ਮੈਨੂੰ ਇੱਕ ਕੁਐਸਚਨ, ਉਹਦਾ ਮਤਲਬ ਉਹ ਮੈਨੂੰ ਸਾਰੀ ਜ਼ਿੰਦਗੀ ਚੇਤੇ ਰਹਿਣੇ। ਮੈਂ ਬਾਹਰ ਨਿਕਲਦੀ ਹਾਂ, ਰੋਡ ਸਾਈਨ ਵੇਖਦੀ, ਮੈਨੂੰ ਉਸੇ ਵੇਲੇ ਬਹੁਤ ਜਲਦੀ ਪਤਾ ਲੱਗ ਜਾਂਦਾ ਕਿ ਆਹ ਤੇ ਭਾਜੀ ਨੇ ਆਹ ਦੱਸਿਆ ਸੀ, ਇਹਦਾ ਮਤਲਬ ਆ ਵਾ। ਅਤੇ ਸਾਰੀਆਂ ਗੱਲਾਂ ਦੀ ਸਮਝ ਮੈਨੂੰ ਉਸੇ ਵੇਲੇ ਆ ਜਾਂਦੀ, ਨਾਲ ਹੀ ਭਾਜੀ ਚੇਤੇ ਆ ਜਾਂਦੇ, ਹਰ ਗੱਲ ਦੇ ਨਾਲ ਭਾਜੀ ਯਾਦ ਆਉਂਦੇ ਆ। ਅਤੇ ਜਿੱਦਾਂ ਮੈਂ ਰੋਡ ਸਾਈਨ ਜਾਂ ਬਾਹਰ ਕੁਛ ਵੀ ਵੇਖਦੀ ਹਾਂ, ਜਿੱਦਾਂ ਭਾਜੀ ਦੱਸਦੇ ਹੁੰਦੇ ਕਿ ਜਦੋਂ ਤੁਸੀਂ ਬਾਹਰ ਜਾਂਦੇ ਆ ਗੱਡੀ 'ਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ। ਅਤੇ ਇੱਕ ਹੋਰ ਗੱਲ ਕਿ ਜਦੋਂ ਵੀ ਮੈਂ ਕੰਮ 'ਤੇ ਜਾਂਦੀ ਸੀ, ਮੇਰੇ ਕੰਮ 'ਤੇ ਜਾਂਦਿਆਂ ਰਸਤੇ 'ਚ ਡਿਊਲ ਕੈਰੇਜਵੇ ਆਉਂਦਾ ਸੀ। ਡਿਊਲ ਕੈਰੇਜਵੇ 'ਤੇ ਜੋ ਸਪੀਡ ਲਿਖੀ ਹੁੰਦੀ ਸੀ ਮੈਂ ਉਹਨੂੰ ਹੀ ਫੋਲੋ ਕਰਦੀ ਸੀ। ਟੈਸਟ ਵਿੱਚ ਜਿੰਨੀ ਵਾਰ ਵੀ ਕੁਐਸਚਨ ਆਉਂਦਾ ਸੀ ਕਿ ਡਿਊਲ ਕੈਰੇਜਵੇ ਦੀ ਸਪੀਡ ਕਿੰਨੀ, ਮੈਂ ਉਹੀ ਲਿਖ ਕੇ ਆ ਜਾਂਦੀ ਸੀ ਕਿ ਉੱਥੇ ਮੇਰੇ ਰਸਤੇ 'ਚ ਇੰਨੀ ਸਪੀਡ ਲਿਖੀ ਆ ਅਤੇ ਇੰਨੀ ਆ। ਇਹ ਬਾਅਦ ਵਿੱਚ ਭਾਜੀ ਦੇ ਪੜ੍ਹਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਟੈਂਪਰੇਰੀ ਸਪੀਡ ਸੀ, ਜਿਹੜੀ ਅਸਲੀ ਸਪੀਡ ਆ ਉਹ ਮੈਨੂੰ ਭਾਜੀ ਨੇ ਸਮਝਾਈ ਕਿ ਉਹ ਕਿੰਨੀ ਆ। ਉਸ ਮੈਨੂੰ ਬਾਅਦ 'ਚ ਪਤਾ ਲੱਗਾ। ਕਿੰਨੀ ਵਾਰ ਮੈਂ ਉਹ ਕੁਐਸਚਨ ਗਲਤ ਕਰਕੇ ਆਈ, ਪਤਾ ਨਹੀਂ ਕਿੰਨੇ ਕੁ ਕੁਐਸਚਨ ਜਿਹੜੇ ਮੈਨੂੰ ਨਾ ਸਮਝ ਹੋਣ ਕਰਕੇ ਮੈਂ ਗਲਤ ਲਿਖ ਕੇ ਆ ਜਾਂਦੀ ਸੀ ਉਹਨਾਂ ਦੇ ਆਨਸਰ। ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ, ਪਲੀਜ਼ ਭਾਜੀ ਕੋਲੋਂ ਕਲਾਸਾਂ ਲਓ। ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਆ ਉਹਨਾਂ, ਜਿਨ੍ਹਾਂ ਨੂੰ ਨਹੀਂ ਆਉਂਦੀ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਆ। ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਆ ਉਹਨਾਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਭਾਜੀ ਕੋਲੋਂ ਪੜ੍ਹ ਕੇ ਇੱਕ ਗੱਲ ਦੀ ਸਮਝ ਤੁਹਾਨੂੰ ਸਾਰਿਆਂ ਨੂੰ ਲੱਗੂਗੀ। ਸੋ ਪਲੀਜ਼ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਭਾਜੀ ਕੋਲੋਂ ਇੱਕ ਵਾਰ ਭਾਜੀ ਕੋਲੋਂ ਤੁਸੀਂ 3.5 ਹਫ਼ਤੇ ਦਾ ਕੋਰਸ ਆ, ਇੱਕ ਵਾਰੀ ਕਰਕੇ ਵੇਖੋ, ਤੁਹਾਡੀ ਲਾਈਫ ਚੇਂਜ ਹੋ ਜਾਣੀ ਆ ਜਿੱਦਾਂ ਮੇਰੀ ਚੇਂਜ ਹੋਈ ਆ। ਤੁਹਾਨੂੰ ਸਾਰਿਆਂ ਨੂੰ ਵੀ ਇੰਨੀ ਖੁਸ਼ੀ ਮਿਲੂਗੀ ਜਿੰਨੀ ਅੱਜ ਮੈਨੂੰ ਹੋਈ ਆ। ਅਤੇ ਅੱਜ ਜਦੋਂ ਮੇਰਾ 6 ਵਜੇ ਟੈਸਟ ਸੀ ਅਤੇ ਮੈਂ ਟੈਸਟ ਦੇ ਕੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਾਸ ਆ, ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੇਰਾ ਰੋਣ ਨਿਕਲ ਗਿਆ। ਫਿਰ ਜਿਨ੍ਹਾਂ ਨੇ ਮੈਨੂੰ, ਗੋਰੀ ਨੇ ਮੈਨੂੰ ਦਿੱਤਾ ਸੀ ਮੇਰਾ ਸਰਟੀਫਿਕੇਟ, ਉਹਨੇ ਮੈਨੂੰ ਸਾਈਡ 'ਤੇ ਬਿਠਾਇਆ, ਮੈਨੂੰ ਪੁੱਛਿਆ ਕਿ ਤੂੰ ਰਿਲੈਕਸ ਆ, ਤੂੰ
ਹੁਣ ਬੈਟਰ ਫੀਲ ਕਰਦੀ ਹਾਂ। ਮੈਂ ਉਹਨੂੰ ਦੱਸਿਆ ਕਿ ਮੇਰੀ ਖੁਸ਼ੀ ਇੰਨੀ ਜ਼ਿਆਦਾ ਅੱਜ ਮੈਨੂੰ ਹੋਈ ਕਿ ਮੈਂ ਅੱਜ ਕਿੰਨਵੀਂ ਵਾਰ ਟੈਸਟ ਦੇ ਕੇ ਇੱਥੋਂ ਫੇਲ ਹੋ ਕੇ ਜਾਂਦੀ ਸੀ ਅਤੇ ਅੱਜ ਮੈਂ ਪਾਸ ਹੋਈ ਹਾਂ। ਅਤੇ ਬਾਹਰ ਨਿਕਲ ਕੇ ਪਹਿਲਾ ਫ਼ੋਨ ਮੈਂ ਭਾਜੀ ਨੂੰ ਕੀਤਾ ਅਤੇ ਜਦੋਂ ਭਾਜੀ ਨੂੰ ਦੱਸਿਆ ਅਤੇ ਉਦੋਂ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿ ਮੈਂ ਦੱਸ ਨਹੀਂ ਸਕਦੀ, ਬਿਆਨ ਨਹੀਂ ਕਰ ਸਕਦੀ ਲਫ਼ਜ਼ਾਂ ਦੇ ਵਿੱਚ ਮੈਂ ਕਿੰਨੀ ਖੁਸ਼ ਸੀ। ਅਤੇ ਸਾਰਾ ਕ੍ਰੈਡਿਟ ਜਿਹੜਾ ਉਹ ਭਾਜੀ ਨੂੰ ਜਾਂਦਾ ਵਾ। ਭਾਜੀ ਨੇ ਬਹੁਤ ਜ਼ਿਆਦਾ ਸਾਰਿਆਂ 'ਤੇ ਮਿਹਨਤ ਕਰਦੇ ਆ ਅਤੇ ਬਹੁਤ ਜ਼ਿਆਦਾ ਅੱਜ ਮੈਂ ਖੁਸ਼ ਹਾਂ। ਅਤੇ ਮੈਂ ਅੱਜ ਜੇ ਕਾਸ਼ ਮੈਂ ਅੱਜ ਲੰਡਨ ਹੁੰਦੀ ਤਾਂ ਸਭ ਤੋਂ ਪਹਿਲਾਂ ਟੈਸਟ ਦੇਣ ਤੋਂ ਬਾਅਦ ਭਾਜੀ ਦੇ ਘਰ ਹੀ ਜਾਣਾ ਸੀ ਉਹਨਾਂ ਨੂੰ ਮਿਲਣ। ਇੰਨੀ ਜ਼ਿਆਦਾ ਮੈਨੂੰ ਖੁਸ਼ੀ ਆ ਵੀ ਮੈਂ ਦੱਸ ਨਹੀਂ ਸਕਦੀ। ਅਤੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਆ, ਰਿਕੁਐਸਟ ਆ ਵੀ ਤੁਸੀਂ ਵੀ ਸਾਰੇ ਜਾਣੇ ਜਿੱਦਾਂ ਮੈਂ ਭਾਜੀ ਕੋਲ ਕਲਾਸਾਂ ਲੈ ਕੇ ਪਾਸ ਹੋਈ ਹਾਂ, ਤੁਸੀਂ ਵੀ ਸਾਰੇ ਜਾਣੇ ਕਲਾਸਾਂ ਅਟੈਂਡ ਕਰੋ, ਭਾਜੀ ਦੇ ਨਾਲ ਕੰਟੈਕਟ ਕਰੋ ਅਤੇ ਫਿਰ ਭਾਜੀ ਦੀਆਂ ਜਿਹੜੀਆਂ ਸਕਸੈਸਫੁਲ ਸਟੋਰੀਆਂ ਹੁੰਦੀਆਂ ਉਹ ਵੀ ਵੇਖਿਆ ਕਰੋ ਕਿ ਕਿੱਦਾਂ ਸਾਰੇ ਸਟੂਡੈਂਟ ਪਾਸ ਹੋਏ ਆ। ਅਤੇ ਮੈਂ 6 ਤੋਂ 6 ਕੰਮ ਕਰਦੀ ਸੀ। ਮੇਰੇ ਕੋਲੋਂ ਟਾਈਮ ਬਹੁਤ ਘੱਟ ਹੁੰਦਾ ਸੀ ਕਿਉਂਕਿ ਮੈਂ ਮਾਰਨਿੰਗ 4 ਵਜੇ ਉੱਠਦੀ ਸੀ ਅਤੇ ਰਾਤ ਨੂੰ 9 ਵੱਜ ਜਾਂਦੇ ਸੀ। 9 ਵਜੇ ਉੱਪਰ ਜਾਂਦੀ ਸੀ, ਫਿਰ ਇੰਨੀ ਜ਼ਿਆਦਾ ਟਾਇਰਡ ਹੋ ਜਾਂਦੀ ਸੀ ਵੀ ਨੀਂਦ ਬਹੁਤ ਜ਼ਿਆਦਾ ਆ ਜਾਂਦੀ ਸੀ ਕਿਉਂਕਿ ਮਾਰਨਿੰਗ 'ਚ 4 ਵਜੇ ਫਿਰ ਉੱਠਣਾ ਹੁੰਦਾ ਸੀ, ਸਾਰਾ ਦਿਨ ਕੰਮ ਕਰਨਾ। ਅਤੇ ਫਿਰ ਵੀ ਮੈਂ 10 ਤੋਂ 11 ਜਿਹੜੀ ਉਹ ਕਲਾਸ ਲਵਾਉਂਦੀ ਸੀ। ਜਦੋਂ ਕਲਾਸ ਦੇ ਦੌਰਾਨ ਮੈਨੂੰ ਨੀਂਦ ਆਉਣ ਲੱਗ ਪੈਂਦੀ ਸੀ, ਮੈਂ ਉੱਠ ਕੇ ਖੜ੍ਹੀ ਹੋ ਕੇ ਤੁਰਨ ਫਿਰਨ ਲੱਗ ਪੈਂਦੀ ਸੀ। ਫਿਰ ਤੁਰਦਿਆਂ ਫਿਰਦਿਆਂ ਵੀ ਮੈਂ ਆਪਣਾ ਜਿਹੜਾ ਪੜ੍ਹਾਈ ਸੀ ਉਹ ਜਾਰੀ ਰੱਖਦੀ ਸੀ ਵੀ ਮੈਨੂੰ ਨੀਂਦ ਨਾ ਆਵੇ। ਅਤੇ ਭਾਜੀ ਦੀ ਇੱਕ ਗੱਲ ਜਿਹੜੀ ਆ ਉਹ ਮੈਨੂੰ ਸਾਰੀ ਉਮਰ ਯਾਦ ਰਹੂਗੀ। ਕਦੀ ਵੀ ਉਹ ਗੱਲਾਂ ਮੇਰੇ ਦਿਮਾਗ 'ਚੋਂ ਨਿਕਲ ਨਹੀਂ ਸਕਦੀਆਂ। ਭਾਜੀ ਨੇ ਜਿੱਦਾਂ ਐਗਜ਼ਾਮਪਲ ਦਿੱਤੀ, ਹਰ ਗੱਲ ਦੀ ਭਾਜੀ ਨੇ ਐਗਜ਼ਾਮਪਲ ਦੇ ਕੇ ਪੜ੍ਹਾਉਂਦੇ ਆ, ਉਹ ਐਗਜ਼ਾਮਪਲ ਤੁਹਾਡੇ ਦਿਮਾਗ 'ਚੋਂ ਕਦੀ ਵੀ ਨਿਕਲ ਨਹੀਂ ਸਕਦੀ। ਮੈਂ ਡਾਇਰੀ ਅਤੇ ਪੈਨ ਕੋਲ ਰੱਖਦੀ ਸੀ, ਜ਼ਰੂਰੀ ਦੀਆਂ ਸਾਰੀਆਂ ਗੱਲਾਂ ਮੈਂ ਨੋਟ ਕਰਦੀ ਸੀ। ਅਤੇ ਇੰਨੀ ਜ਼ਿਆਦਾ ਖੁਸ਼ੀ ਹੋਈ ਆ। ਪ੍ਰਮਾਤਮਾ ਭਾਜੀ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਸਾਰੀ ਦੁਨੀਆ ਦੀਆਂ ਖੁਸ਼ੀਆਂ ਪਰਮਾਤਮਾ ਤੁਹਾਡੀ ਝੋਲੀ 'ਚ ਪਾਵੇ, ਤੁਹਾਡੀ ਲੰਮੀ ਉਮਰ ਕਰੇ, ਤੁਹਾਡੇ ਪਰਿਵਾਰ ਨੂੰ ਕਾਮਯਾਬੀ ਦੇਵੇ ਅਤੇ ਖੁਸ਼ੀਆਂ ਤਰੱਕੀਆਂ ਕਰੋ ਤੁਸੀਂ। ਅਤੇ ਤੁਹਾਡੀ ਵਜ੍ਹਾ ਦੇ ਨਾਲ ਅੱਜ ਮੈਂ ਪਾਸ ਹੋਈ ਹਾਂ। ਅਤੇ ਜੇ ਭਾਜੀ ਤੁਸੀਂ ਕਲਾਸਾਂ ਨਾ ਦਿੰਦੇ ਤਾਂ ਮੈਨੂੰ ਲੱਗਦਾ ਮੈਂ ਕਦੀ ਪਾਸ ਨਹੀਂ ਸੀ ਹੋ ਸਕਦੀ। ਅਤੇ ਜਿੱਦਾਂ ਮੈਂ ਪਾਸ ਹੋਈ ਹਾਂ, ਹੋਰ ਵੀ ਮੇਰੇ ਭੈਣ ਭਰਾ ਮੇਰੇ ਵਾਂਗੂ ਜਿਹੜੇ ਮੁਸ਼ਕਿਲ ਦੀ ਘੜੀ 'ਚ ਲੰਘ ਰਹੇ ਆ ਉਹ ਪਾਸ ਹੋਣ, ਕਿਉਂਕਿ ਇਸ ਟਾਈਮ ਦੇ ਵਿੱਚ ਇਸ ਕੰਟਰੀ ਦੇ ਵਿੱਚ ਗੱਡੀ ਪਾਸ ਕਰਨੀ ਬਹੁਤ ਜ਼ਰੂਰੀ ਆ। ਅਤੇ ਮੇਰਾ ਕੰਮ 'ਤੇ ਜਾਣ ਦਾ ਰਸਤਾ ਸਿਰਫ 3 ਮਿੰਟ ਦਾ ਸੀ ਅਤੇ ਬੱਸ 'ਤੇ ਮੈਨੂੰ 45 ਮਿੰਟ ਲੱਗ ਜਾਂਦੇ ਸੀ ਬੱਸ 'ਤੇ ਜਾਂਦਿਆਂ, ਅਤੇ ਗੱਡੀ 'ਤੇ ਸਿਰਫ ਉਹ 3 ਮਿੰਟ ਆ। ਹੁਣ ਬਹੁਤ ਜਲਦੀ ਮੈਂ ਲੈਸਨ ਲਊਂਗੀ ਅਤੇ ਗੱਡੀ ਪਾਸ ਕਰੂੰਗੀ। ਅਤੇ ਦਿਲ ਮੇਰਾ ਕਰਦਾ ਕਿ ਜਦੋਂ ਮੈਂ ਗੱਡੀ ਪਾਸ ਕਰਾਂ ਮੈਂ ਲੰਡਨ ਆਪ ਗੱਡੀ ਚਲਾ ਕੇ ਜਾਵਾਂ ਅਤੇ ਭਾਜੀ ਨੂੰ ਮਿਲਾਂ। ਅਤੇ ਭਾਜੀ ਜਦੋਂ ਤੁਸੀਂ ਬਰਮਿੰਘਮ ਆਏ ਤਾਂ ਮੈਨੂੰ ਜ਼ਰੂਰ ਮਿਲ ਕੇ ਜਾਇਓ। ਅਤੇ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਤਰੱਕੀਆਂ ਦੇਵੇ। ਪਤਾ ਨਹੀਂ ਮੇਰੇ ਵਰਗੇ ਕਿੰਨੇ ਭੈਣ ਭਰਾ ਹੋਣੇ ਆ ਜਿਨ੍ਹਾਂ ਕੋਲ ਥਿਊਰੀ ਪਾਸ ਨਹੀਂ ਹੋਣ ਲਈ, ਅਤੇ ਉਹ ਵੀ ਤੁਹਾਡੇ ਕੋਲ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਜਿਹੜਾ ਵੀ ਮੈਨੂੰ ਸੁਣਦਾ ਉਹ ਭਾਜੀ ਕੋਲੋਂ ਕਲਾਸਾਂ ਅਟੈਂਡ ਕਰੋ ਅਤੇ ਇੱਕ ਗੱਲ ਨੂੰ ਸਮਝੋ ਅਤੇ ਤੁਸੀਂ ਸਾਰੇ ਜਾਣੇ ਪਾਸ ਹੋਵੋਗੇ। ਜੇ ਮੈਂ ਪਾਸ ਹੋ ਸਕਦੀ ਹਾਂ ਤਾਂ ਤੁਸੀਂ ਵੀ ਸਾਰੇ ਪਾਸ ਹੋ ਸਕਦੇ ਆ। ਅਤੇ ਗੱਡੀ ਤੋਂ ਬਿਨਾਂ ਬਹੁਤ ਮੁਸ਼ਕਿਲ ਆ, ਇੱਥੇ ਗੱਡੀ ਪਾਸ ਕਰਨੀ ਬਹੁਤ ਜ਼ਰੂਰੀ ਆ। ਅਤੇ ਗੱਡੀ ਪਾਸ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਥਿਊਰੀ ਕਰਦੇ ਹਾਂ, ਅਤੇ ਥਿਊਰੀ ਆਪਾਂ ਤਾਂ ਪਾਸ ਕਰ ਸਕਦੇ ਹਾਂ ਜੇ ਤੁਹਾਨੂੰ ਥਿਊਰੀ ਦੇ ਕੁਐਸਚਨਾਂ ਦੀ ਸਮਝ ਆ। ਤੁਸੀਂ ਵੀ ਸਾਰੇ ਜਾਣੇ ਭਾਜੀ ਨਾਲ ਕੰਟੈਕਟ ਕਰੋ ਅਤੇ ਆਪਣੀ ਥਿਊਰੀ ਦੀਆਂ ਕਲਾਸਾਂ ਲਵਾਓ। ਅਤੇ 3.5 ਹਫ਼ਤੇ ਦਾ ਕੋਰਸ ਆ, ਬਹੁਤ ਮਜ਼ੇ ਦੇ ਨਾਲ ਟਾਈਮ ਨਿਕਲ ਜਾਣਾ ਵਾ ਸਾਰਿਆਂ ਦਾ, ਹੱਸਦਿਆਂ ਖੇਡਦਿਆਂ। ਅਤੇ ਐਂਡ 'ਤੇ ਮੈਂ ਫਿਰ ਇਹੋ ਕਹੂੰਗੀ ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ ਲਫ਼ਜ਼ ਬਹੁਤ ਛੋਟਾ ਵਾ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਮੈਂ ਤੁਹਾਡਾ ਸ਼ੁਕਰੀਆ ਕਿੱਦਾਂ ਕਰਾਂ। ਤਹਿ ਦਿਲ ਤੋਂ ਥੈਂਕ ਯੂ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ। ਅਤੇ ਰੱਬ ਤੁਹਾਨੂੰ ਖੁਸ਼ੀਆਂ ਦੇਵੇ, ਕਾਮਯਾਬੀਆਂ ਦੇਵੇ। ਥੈਂਕ ਯੂ ਜੀ, ਓਕੇ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम दोस्तों, जी आयां नू जी, ਸਵਾਗਤ ਹੈ ਜੀ ਤੁਹਾਡਾ। ਮੈਂ ਤੁਹਾਡਾ ਵੀਰ ਸ਼ੁਏਬ ਇਨਾਮ, ਥਿਊਰੀ ਟੈਸਟ ਮਾਸਟਰ, ਤੁਹਾਡੇ ਲਈ ਇਹ ਸਕਸੈਸ ਸਟੋਰੀ ਲੈ ਕੇ ਆਇਆ। ਦੋਸਤੋ, ਜਿਵੇਂ ਤੁਸੀਂ ਸਾਡੀ ਭੈਣ ਜੀ ਹੋਣਾ ਦੀ ਸਟੋਰੀ, ਸਕਸੈਸ ਸਟੋਰੀ ਸੁਣੀ, ਅਮਨਦੀਪ ਕੌਰ ਜਿਨ੍ਹਾਂ ਦਾ ਤਾਲੁਕ ਬਰਮਿੰਘਮ ਨਾਲ ਆ। ਦੋਸਤੋ, ਇਹਨਾਂ ਦੀ ਦਾਸਤਾਨ ਜਿਹੜੀ ਆ ਉਹ ਵਾਕਈ ਬਹੁਤ ਹਿੰਮਤ ਦੇਣ ਵਾਲੀ ਆ ਔਰ ਦੁੱਖ ਭਰੀ ਦਾਸਤਾਨ ਵੀ ਹੈ। ਇਸ ਲਈ ਕਿ ਜਿਵੇਂ ਭੈਣ ਜੀ ਹੋਣਾ ਨੇ ਦੱਸਿਆ ਕਿ ਇਹਨਾਂ ਨੇ ਸਾਡੀ ਕਲਾਸਿਸ ਜੁਆਇਨ ਕਰਨ ਤੋਂ ਪਹਿਲਾਂ ਕੋਈ 21 ਵਾਰੀ ਇਹ ਫੇਲ ਹੋਏ ਸੀ ਔਰ ਇਹਨਾਂ ਨੇ ਲੇਕਿਨ ਹਿੰਮਤ ਨਹੀਂ ਹਾਰੀ। ਅਤੇ ਤਕਰੀਬਨ 1.5 ਮਹੀਨਾ ਪਹਿਲੇ ਜਦੋਂ ਮੈਂ ਇਹਨਾਂ ਨਾਲ ਰਾਬਤਾ ਕੀਤਾ ਔਰ ਮੈਨੂੰ ਦੱਸਿਆ ਕਿ ਵੀਰ ਜੀ ਮੈਂ ਤਾਂ 21 ਵਾਰੀ ਪਹਿਲੇ ਫੇਲ ਹੋ ਚੁੱਕੀ ਹਾਂ ਅਤੇ ਕੋਈ ਮੇਰੇ ਲਈ ਉਮੀਦ ਹੈਗੀ ਆ, ਤੁਸੀਂ ਮੇਰੀ ਆਖਰੀ ਉਮੀਦ। ਤਾਂ ਮੈਂ ਉਹਨੂੰ ਦੱਸਿਆ, ਮੈਂ ਕਿਹਾ ਮੇਰੀ ਭੈਣ ਹਿੰਮਤ ਕਰੋ, ਰੱਬ ਭਲਾ ਕਰੇਗਾ, ਤੁਸੀਂ ਪਾਸ ਹੋ ਜਾਓਗੇ। ਅਤੇ ਇਹਨਾਂ ਨੇ ਹਿੰਮਤ ਨਹੀਂ ਹਾਰੀ, ਮਿਹਨਤ ਕਰਦੇ ਰਹੇ ਔਰ ਤੁਹਾਡੇ ਸਾਹਮਣੇ ਅੱਜ ਇਹਨਾਂ ਦੀ ਸਟੋਰੀ ਕਿ ਇਹਨਾਂ ਨੇ ਪਾਸ ਹੋ ਕੇ ਦਿਖਾ ਦਿਆ।
ਤੇ ਦੋਸਤੋ ਮੈਂ ਤੁਹਾਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਅਗਰ ਤੁਸੀਂ ਵੀ ਐਗਜ਼ਾਮ 'ਚ ਪਹਿਲੇ ਬਹੁਤ ਦਫਾ ਫੇਲ ਹੋ ਚੁੱਕੇ ਹੋ ਜਾਂ ਤੁਸੀਂ ਐਗਜ਼ਾਮ ਦੀ ਤਿਆਰੀ ਨਹੀਂ ਕੀਤੀ ਹਾਲੇ, ਤੁਹਾਡੀ ਹਿੰਮਤ ਨਹੀਂ ਪੈ ਰਹੀ ਕਿ ਇੰਗਲਿਸ਼ ਲੈਂਗੁਏਜ ਦੀ ਵਜ੍ਹਾ ਤੋਂ ਤੁਹਾਨੂੰ ਬਹੁਤ ਮਸਲਾ ਆ ਰਿਹਾ, ਤੇ ਕੋਈ ਐਸੀ ਫਿਕਰ ਕਰਨ ਦੀ ਗੱਲ ਨਹੀਂ। ਮੈਂ ਤੁਹਾਡਾ ਵੀਰ ਤੁਹਾਨੂੰ ਆਪਣੀ ਜ਼ੁਬਾਨ 'ਚ, ਹਿੰਦੀ 'ਚ, ਪੰਜਾਬੀ 'ਚ, ਉਰਦੂ 'ਚ ਇਹਦੀ ਬਹੁਤ ਅੱਛੇ ਤਰੀਕੇ ਨਾਲ ਮੈਂ ਤਿਆਰੀ ਕਰਾਉਣਾ। ਦੂਸਰਾ ਦੋਸਤੋ ਇੱਕ ਹੋਰ ਜ਼ਰੂਰੀ ਗੱਲ ਇਹ ਆ ਕਿ ਅੱਜ ਕੱਲ੍ਹ ਜਿਹੜੇ ਆ ਜਦੋਂ ਲੋਕੀ ਪਰੇਸ਼ਾਨੀ 'ਚ ਇੱਧਰ ਉੱਧਰ ਹੱਥ ਪੈਰ ਮਾਰਦੇ ਆ, ਤੇ ਬਹੁਤ ਸਾਰੇ ਫਰੋਡੀ ਲੋਕਾਂ ਦੇ ਹੱਥਾਂ 'ਚ ਚੜ੍ਹ ਜਾਂਦੇ ਆ, ਜਿਹੜੇ ਉਹਨਾਂ ਨੂੰ ਕਹਿੰਦੇ ਆ ਕਿ ਜੀ ਤੁਸੀਂ ਬਗੈਰ ਇਮਤਿਹਾਨ ਦੇ ਕਰ ਸਕਦੇ ਆ, ਔਰ ਪਤਾ ਨਹੀਂ ਕਿੰਨੇ ਹਜ਼ਾਰਾਂ ਪਾਉਂਡ ਉਹਨਾਂ ਕੋਲ ਲੈ ਕੇ ਤੇ ਨੱਸ ਜਾਂਦੇ ਆ। ਦੋਸਤੋ ਐਸੇ ਲੋਕਾਂ ਤੋਂ ਬਚੋ, ਇਹ ਫਰਾਡੀ ਲੋਕ ਆ। ਤੁਸੀਂ ਆਪਣੀ ਮਿਹਨਤ ਨਾਲ, ਆਪਣੀ ਹਿੰਮਤ ਨਾਲ ਪਾਸ ਕਰ ਸਕਦੇ, ਰੱਬ ਦੇ ਕਰਮ ਨਾਲ ਤੁਸੀਂ ਪਾਸ ਕਰ ਸਕਦੇ ਆ। ਇਹੋ ਜਿਹੜੇ ਲੋਕ ਜਿਹੜੇ ਆ ਇਹ ਤੁਹਾਨੂੰ ਜਾਲੀ ਸਰਟੀਫਿਕੇਟ ਦੇ ਦਿੰਦੇ ਆ ਔਰ ਬਾਅਦ 'ਚ ਫੜੇ ਵੀ ਜਾਂਦੇ ਇਹੀ, ਔਰ ਫਿਰ ਤੁਹਾਡਾ ਵੀ ਜਿਹੜਾ ਉਹ ਸਾਰਾ ਰਿਕਾਰਡ ਖਰਾਬ ਹੋ ਜਾਂਦਾ ਵਾ, ਤੁਹਾਨੂੰ ਫਿਰ ਥਿਊਰੀ ਦੁਬਾਰਾ ਕਰਨੀ ਪੈਂਦੀ ਹੈ। ਬਹੁਤ ਸਾਰੇ ਐਸੇ ਸਟੂਡੈਂਟ ਆ ਰਹੇ ਜਿਹੜੇ ਇਹੋ ਜਿਹੇ ਲੋਕਾਂ ਦੇ ਹੱਥੇ ਖਰਾਬ ਹੋਏ ਸੀ, ਹੁਣ ਉਹ ਆਪਣੀ ਮਿਹਨਤ ਕਰਕੇ ਪਾਸ ਕਰਨਾ ਚਾਹੋ ਤਾਂ ਕਿਉਂ ਨਾ ਪਹਿਲੀ ਵਾਰੀ ਤੁਸੀਂ ਮਿਹਨਤ ਕਰੋ ਔਰ ਪਾਸ ਹੋ ਜਾਓ। ਦੋਸਤੋ ਸਕਰੀਨ ਤੇ ਨੰਬਰ ਆ ਰਿਹਾ ਨਜ਼ਰ, ਅਗਰ ਤੁਸੀਂ ਥਿਊਰੀ ਟੈਸਟ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤੇ ਸਾਡੀ ਮਾਰਨਿੰਗ ਔਰ ਈਵਨਿੰਗ ਕਲਾਸਿਸ 'ਚ ਐਡਮਿਸ਼ਨ ਸਟਾਰਟ ਹੋ ਗਿਆ ਹੋਇਆ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਆ। ਮੈਂ ਤੁਹਾਡਾ ਵੀਰ ਸ਼ੁਏਬ ਇਨਾਮ। ਇਹ ਨੰਬਰ ਜਿਹੜਾ ਤੁਸੀਂ ਇਹਨੂੰ ਸਟੋਰ ਕਰ ਲਓ ਔਰ ਦੋਸਤੋ ਹਿੰਮਤ ਨਾ ਹਾਰੋ। ਬਸ ਹਾਲਾਤ ਜੈਸੇ ਵੀ ਹੋਣ, ਜਿੰਨੇ ਵੀ ਮੁਸ਼ਕਿਲ ਹੋਣ, ਤੁਸੀਂ ਹਿੰਮਤ ਨਹੀਂ ਹਾਰਨੀ, ਆਪਣਾ ਸਫ਼ਰ ਜਾਰੀ ਰੱਖੋ। ਮਿਹਨਤ ਕਰਕੇ ਜਿਹੜੇ ਮੰਜ਼ਿਲ ਤੇ ਪਹੁੰਚੋਗੇ, ਉਸ ਸਫ਼ਰ ਦਾ, ਉਸ ਮੰਜ਼ਿਲ ਦਾ ਮਜ਼ਾ ਹੀ ਕੁਝ ਹੋਰ ਹੈ। ਦੋਸਤੋ ਆਪਣੀਆਂ ਦੁਆਵਾਂ 'ਚ ਆਪਣੇ ਵੀਰ ਸ਼ੁਏਬ ਇਨਾਮ ਨੂੰ ਯਾਦ ਰੱਖਿਓ। ਰੱਬ ਸਾਰਿਆਂ ਨਾਲ ਭਲਾ ਕਰੇ। ਦੁਆ ਤੁਹਾਡੇ ਲਈ, ਸਭ ਲਈ, ਰੱਬ ਦੇ ਹਵਾਲੇ।